ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ 10ਵੀਂ ਅਸ਼ਟਪਦੀ ਅੰਤਰ ਪ੍ਰਮਾਤਮਾ ਦੀ ਬੇਅੰਤ ਭਾਂਤ ਦੀ ਜੋ ਰਚਨਾ ਹੈ ਉਸ ਦਾ ਇੱਕ ਪੰਛੀ ਝਾਤ ਵਿੱਚ ਜ਼ਿਕਰ ਕਰ ਰਹੇ ਨੇ ਕਿ ਹੇ ਪ੍ਰਮਾਤਮਾ ਤੂੰ ਐਸਾ ਵੀ ਹੈ, ਤੇਰੀ ਰਚਨਾ ਐਸੀ ਵੀ ਹੈ, ਤੂੰ ਇਸ ਪ੍ਰਕਾਰ ਦੇ ਨਾਲ ਵੀ ਸੰਭਾਲ ਰਿਹਾ। ਪਿਛਲੇਰੇ ਪਦੇ 'ਚ ਅਸੀਂ ਵਿਚਾਰਿਆ ਸੀ ਵੀ ਇੱਥੇ ਬਹੁਤ ਗਰੀਬ ਵੀ ਨੇ ਤੇ ਅਮੀਰ ਵੀ ਨੇ। ਅਮੀਰ ਹੋਰ ਅਮੀਰੀ ਵੱਲ ਵੱਧ ਰਿਹਾ ਹੈ, ਗਰੀਬ ਉੱਥੇ ਕੀ ਅੜ ਗਿਆ ਹੈ। ਪਰ ਦੋਨੋਂ ਹੀ ਤੁਸੀਂ ਬਣਾਏ ਨੇ। ਇੱਕ ਮਿਹਨਤ ਬਹੁਤ ਕਰ ਰਿਹਾ, ਇੱਕ ਆਰਾਮਦਾਰੀ ਦੇ ਨਾਲ ਖਾ ਰਿਹਾ। ਦੋਨੋਂ ਹੀ ਤੇਰੇ ਬਣਾਏ ਹੋਏ ਨੇ ਤੇ ਜਿੱਥੇ ਜਿੱਥੇ ਰੱਖਿਆ ਤਿੱਥੇ ਤਿੱਥੇ ਰਹਿ ਰਹੇ। ਮਨੁੱਖਾਂ ਦਾ ਸੁਭਾਅ ਹੈ, ਜਿਸ ਕੋਲ ਥੋੜਾ ਹੈ ਉਸ ਦੀ ਵੀ ਤਮਾ ਹੈ ਕਿ ਥੋੜਾ ਜਿਹਾ ਜ਼ਿਆਦਾ ਹੋ ਜਾਏ, ਸੁਖਾਲਾ ਹੋ ਜਾਊਗਾ। ਜਿਸ ਕੋ ਬਹੁਤ ਜ਼ਿਆਦਾ ਹੈ ਉਸ ਦੀ ਵੀ ਤਮਾ ਹੈ ਕਿਤੇ ਹੋਰ ਜ਼ਿਆਦਾ ਹੋ ਜਾਏ, ਸਾਰਾ ਹੀ ਮੇਰਾ ਹੋ ਜਾਏ। ਉੱਥੇ ਵੀ ਤਮਾ ਦੀ ਸ਼ਾਂਤੀ ਨਹੀਂ ਹੈ। ਜੇ ਕੋਈ ਮਾਤੜ ਏਦਾਂ ਸੋਚਦਾ ਹੈ ਕਿ ਚਾਰ ਛਿਲੜਾਂ ਆ ਜਾਣਗੀਆਂ ਤੇ ਕੱਲ ਨੂੰ ਮੈਂ ਸੁਖਾਲਾ ਹੋ ਜਾਵਾਂਗਾ, ਉਹ ਸੁਖਾਲਾ ਨਹੀਂ ਹੋ ਸਕਦਾ। ਸੁਖਾਲਾ ਤੇ ਕੋਈ ਨਾਮ ਰਸ ਆ ਜਾਏ ਫਿਰ ਹੀ ਹੋ ਸਕਦਾ ਹੈ। ਚਾਰ ਛਿਲੜਾਂ ਇਕੱਠੀਆਂ ਆ ਜਾਣ ਤੇ ਕੋਈ ਸੋਚੇ ਮੈਂ ਹੁਣ ਸੌਖਾ ਹੋ ਗਿਆ, ਨਾ ਨਾ ਨਾ, ਬਿਲਕੁਲ ਵੀ ਨਹੀਂ ਹੋਇਆ ਜਾ ਸਕਦਾ। ਜਿਵੇਂ ਥੋੜਾ ਜ਼ਿਆਦਾ ਆਏਗਾ ਉਵੇਂ ਹੀ ਮਨ ਹੋਰ ਜ਼ਿਆਦਾ ਭਟਕੇਗਾ, ਕਿਉਂਕਿ ਮਨ ਦੇ ਵੀ ਭਟਕਣ ਦਾ ਦਾਇਰਾ ਹੈ। ਉਹ ਜਾਣਦਾ ਆਪਣੀ ਸੀਮਾ, ਇੱਥੇ ਤੱਕ ਤੇ ਮੇਰਾ ਹੱਥ ਵੱਜਦਾ ਨਹੀਂ ਹੈ। ਅਸੀਂ ਥੋੜੀ ਜਿਹੀ ਜ਼ਿਆਦਾ ਉਡਾਰੀ ਮਾਰਨਾ ਚਾਹੁੰਦੇ ਆਪਣੀ ਸੀਮਾ ਤੋਂ, ਵੀ ਜੇ ਗਿਰੀਏ ਤਾਂ ਸੰਭਲ ਵੀ ਜਾਈਏ। ਉਤਨੀ ਕੁੱਚੀ ਛਾਲ ਮਾਰਨੀ ਚਾਹੁੰਦੇ ਆ ਜਿਤਨਾ ਕਿ ਗਿਰੇ ਤੇ ਸੰਭਲ ਵੀ ਜਾਈਏ। ਇਸ ਲਈ ਸਾਈਕਲ ਵਾਲਾ ਹਮੇਸ਼ਾ ਹੀ ਜੇ ਆਸ ਕਰੇਗਾ ਤੇ ਕਹੇਗਾ ਜੀ ਮੋਟਰਸਾਈਕਲ ਹੋ ਜਾਏ ਤੇ ਗੱਲ ਬਣ ਜਾਏ। ਬੜੇ ਪੈਂਡਲ ਮਾਰਨੇ ਪੈਂਦੇ ਨੇ, ਸਿੱਧੀ ਜੀ ਰੇਸ ਦੱਬੀ ਤੇ ਪਹੁੰਚ ਜਾਣਗੇ। ਉਹ ਸਿੱਧਾ ਹੀ ਕਦੇ ਨਹੀਂ ਕਹੇਗਾ ਵੀ ਮੈਨੂੰ ਸਾਈਕਲ ਤੋਂ ਬਾਅਦ ਸਿੱਧਾ ਹੀ ਜੇ ਜਹਾਜ਼ ਚਲਾਉਣ ਨੂੰ ਮਿਲ ਜਾਏ। ਉਹਨੂੰ ਪਤਾ ਹੈ ਵੀ ਇੰਨੀ ਮੇਰੀ ਸਮਰੱਥਾ ਹੈ ਹੀ ਨਹੀਂ। ਉਤਨੀ ਕੁ ਸੋਚ ਰੱਖਾਂ ਜਿਤਨੀ ਕੁ ਕੱਲ ਨੂੰ ਮਾੜੀ ਮੋਟੀ ਛਾਲ ਔਖੀ ਸੌਖੀ ਵੱਜ ਸਕੇ। ਏਦਾਂ ਹੀ ਜੋ ਕਿਰਾਏ ਦੇ ਘਰ 'ਚ ਰਹਿੰਦਾ ਹੈ ਉਹ ਕਹਿੰਦਾ ਵੀ ਕਿਰਾਇਆ ਤੇ ਭਾਰੀ ਰਹੇ ਹਾਂ, ਜੇ ਔਖੇ ਸੌਖੇ ਚਾਰ ਛਿਲੜਾਂ ਡਾਊਨ ਪੇਮੈਂਟ ਦੇ ਕੇ ਜੇ ਆਪਣਾ ਹੀ ਖੋਲੀ ਬਣ ਜਾਏ ਇੱਕ ਅੱਧੇ ਕਮਰੇ ਦੀ, ਕਿਰਾਇਆ ਤੇ ਇੱਥੇ ਵੀ ਦੇ ਰਹੇ ਹਾਂ, ਆਪਣੀਆਂ ਕਿਸ਼ਤਾਂ ਹੋ ਜਾਣਗੀਆਂ। ਇੱਦਾਂ ਤਾਂ ਨਹੀਂ ਉਹ ਸੋਚਦਾ ਪਹਿਲੇ ਦਿਨ ਵੀ ਮੈਂ ਵੱਡਾ ਸਾਰਾ ਮਹਿਲ ਪਾਵਾਂਗਾ ਤੇ ਫਿਰ ਹੀ ਉੱਚੇ ਜਾਵਾਂਗਾ। ਜਦ ਅਸੀਂ ਕਿਰਾਏ ਤੇ ਰਹਿ ਰਹੇ ਹਾਂ ਤੇ ਫਿਰ ਕਹਿੰਦੇ ਵੀ ਥੋੜਾ ਜਿਹਾ ਵੀ ਮਰਲਾ ਕੁ ਥਾਂ ਹੀ ਬਣ ਜਾਏ ਤੇ ਬੜਾ। ਜਿਸ ਦਿਨ ਉਹ ਬਣ ਜਾਏਗਾ ਫਿਰ ਆਸ ਵਧੇਗੀ ਵੀ ਇਹ ਹੁਣ ਇੱਕ ਖਣ ਤੋਂ ਦੋ ਖਣਾਂ ਦਾ ਹੋ ਜਾਏ, ਦੋ ਤੋਂ ਚਾਰ ਖਣਾਂ ਦਾ ਘਰ ਹੋ ਜਾਏ, ਫਿਰ ਗੱਲ ਬਣ ਜਾਏ। ਤਮਾ ਜਿਹੜੀ ਹੈ ਤਿਉਂ ਤਿਉਂ ਵੱਧਦੀ ਜਾਂਦੀ ਹੈ। ਸ਼ਾਂਤੀ ਉਸ ਨੂੰ ਆਉਂਦੀ ਹੈ ਜਿਸ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਤੇ ਇਹ ਜੋ ਛੇਵਾਂ ਪਦਾ ਹੈ ਇਸ ਅਨੰਤ ਕੁਦਰਤ ਦੇ ਵਿੱਚ ਜੋ ਪ੍ਰਮਾਤਮਾ ਨੇ ਰਚੀ ਹੈ, ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਹੈ ਥੋੜੀ ਥੋੜੀ, ਉਹਨਾਂ ਦੀ ਗੱਲ ਹੈ। ਜਿਨ੍ਹਾਂ ਨੇ ਸੰਸਾਰ ਤੋਂ ਥੋੜਾ ਜਿਹਾ ਉਤਾਂਹ ਉੱਠ ਕੇ ਸੋਚਿਆ ਕਿ ਕੋਈ ਪ੍ਰਮਾਤਮਾ ਦੀ ਬੰਦਗੀ ਵੀ ਜ਼ਰੂਰੀ ਹੈ। ਨਹੀਂ ਤੇ ਸੰਸਾਰ ਸਿਰਫ ਇਤਨਾ ਹੀ ਸੋਚੀ ਜਾ ਰਿਹਾ ਕਿ ਪੈਸਾ ਜ਼ਰੂਰੀ ਹੈ, ਪਰ ਪੈਸਾ ਕਮਾ ਕੇ ਵੀ ਸ਼ਾਂਤੀ ਨਹੀਂ ਆ ਰਹੀ। ਸਾਡੇ ਲੋਕ ਸੋਚਦੇ ਨੇ ਜੋ ਵਿਦੇਸ਼ਾਂ 'ਚ ਬੈਠੇ ਨੇ ਉਹ ਜ਼ਿਆਦਾ ਸ਼ਾਂਤ ਨੇ, ਉਹਨਾਂ ਕੋਲ ਧਨ ਜ਼ਿਆਦਾ ਹੈ, ਉਹਨਾਂ ਦੇ ਪੱਲੇ ਜ਼ਿਆਦਾ ਧਨ ਹੈ, ਉਹਨਾਂ ਦਾ ਰੁਪਈਆ ਜ਼ਿਆਦਾ ਮਹਿੰਗਾ ਹੈ, ਸ਼ਾਇਦ ਉਹ ਸਾਡੇ ਨਾਲੋਂ ਜ਼ਿਆਦਾ ਸੌਖੇ ਨੇ, ਪਰ ਐਸਾ ਤੇ ਨਹੀਂ ਹੈ। ਸਾਡੇ ਉੱਥੇ ਜਾ ਕੇ ਵੀ ਤੇ ਅਸੀਂ ਔਖੇ। ਹਰ ਥਾਂ ਜੀਵਨ ਇੱਕੋ ਜਿਹਾ ਹੀ ਚੱਲਦਾ। ਗੁਰੂ ਪਾਤਸ਼ਾਹ ਜੀ ਉਹਨਾਂ ਦੀ ਗੱਲ ਕਰਦੇ ਜਿਨ੍ਹਾਂ ਦੇ ਅੰਦਰ ਕੁਝ ਸ਼ਾਂਤੀ ਆਈ ਹੈ, ਉਸ ਦਾ ਜ਼ਿਕਰ ਕਰਦੇ ਆਪ ਕਹਿੰਦੇ ਕਈ ਕੋਟ ਭਏ ਬੈਰਾਗੀ। ਪ੍ਰਮਾਤਮਾ ਦੀ ਕੁਦਰਤ 'ਚ ਕਿਤਨੇ ਕਰੋੜ ਬੈਰਾਗੀ ਵੀ ਹੋ ਗਏ।
ਜਿਨ੍ਹਾਂ ਦੇ ਅੰਦਰ ਵਿਛੋੜੇ ਦੀ ਸੈਲ ਅੰਤਰ, ਜਿਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਸੱਚਮੁੱਚ ਮੈਂ ਰੱਬ ਤੋਂ ਟੁੱਟਾ ਹਾਂ। ਬੈਰਾਗੀ ਉਹੀ ਹੈ ਜਿਹਨੂੰ ਆਪਣੇ ਆਪ ਦੀ ਪਹਿਚਾਨ ਹੋ ਗਈ ਵੀ ਮੈਂ ਕਿੱਥੇ ਖੜਾ, ਜਾਣਾ ਮੈਂ ਕਿੱਥੇ ਸੀ। ਫਿਰ ਮਨ ਅੰਦਰੋਂ ਵੈਰਾਗ ਚ ਆਏਗਾ ਵੀ ਮਨਾ ਤੂੰ ਤੇ ਕਿੱਥੇ ਪਿਆ ਹੈ, ਜਾਣਾ ਤੂੰ ਉਹ ਦੇਸ਼ ਹੈ ਪ੍ਰੀਤਮ ਕੇ ਦੇਸ਼, ਤੂੰ ਫਿਰਦਾ ਇੱਥੇ ਗੱਲਾਂ ਬਾਤਾਂ ਕਰਦਾ। ਜਾਣਾ ਪ੍ਰੀਤਮ ਕੇ ਦੇਸ਼ ਹੈ ਤੇ ਮੈਂ ਕੀ ਕਰ ਰਿਹਾ, ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਸਾਡੀ ਔਖਾਈ ਇਹ ਹੈ ਵੀ ਅਸੀਂ ਪੁੱਛਦੇ ਤੇ ਫਿਰਦੇ ਹਾਂ ਵੀ ਪ੍ਰੀਤਮ ਦੇ ਦੇਸ਼ ਕਿਹੜਾ ਰਸਤਾ ਜਾਂਦਾ, ਗੁਰੂ ਦੱਸੀ ਵੀ ਜਾਂਦਾ, ਪਰ ਅਸੀਂ ਉਸ ਵੱਲ ਨੂੰ ਕੰਨਾ ਹੀ ਨਹੀਂ ਕਰਦੇ, ਉਸ ਮਾਰਗ ਤੇ ਪੈਰ ਹੀ ਨਹੀਂ ਧਰਦੇ। ਗੱਲੀ ਬਾਤੀ ਉਸ ਦੇ ਦੇਸ਼ ਨਹੀਂ ਅਪੜਿਆ ਜਾਣਾ, ਇਹ ਯਾਦ ਰੱਖੀਏ। ਬੈਰਾਗੀ ਉਹ ਹੈ ਜਿਸ ਨੂੰ ਸਮਝ ਵੀ ਲੱਗੀ, ਜਿਹਨੇ ਪੁੱਛਿਆ ਵੀ ਹੁਣ ਜੋ ਤੁਰ ਪਿਆ ਮੇਰੇ ਮਨ ਬੈਰਾਗ ਭਇਆ, ਬੈਰਾਗੀ ਹੁਣ ਮੇਰੇ ਅੰਦਰ ਵੈਰਾਗ ਉਤਪੰਨ ਹੋ ਗਿਆ। ਸ਼ੇਖ ਫਰੀਦ ਜੀ ਕਹਿੰਦੇ ਨੇ ਬਹੁਤ ਸੁੰਦਰ ਗੱਲ ਹੈ, ਜੇ ਤੁਸੀਂ ਬੈਰਾਗੀ ਹੋ ਗਏ, ਬੈਰਾਗੀ ਹੋਣਾ ਜ਼ਰੂਰੀ ਹੈ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਜਿਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਜ਼ਰੂਰੀ ਹੈ। ਸਾਹਿਬ ਕਹਿੰਦੇ ਕਿਤਨੇ ਕੋਟ ਨੇ ਜਿਨ੍ਹਾਂ ਅੰਦਰ ਬੈਰਾਗ ਛਾ ਗਿਆ ਹੈ, ਬੈਰਾਗ ਛਾਏ ਤੇ ਹੀ RAM ਨਾਮ ਸੰਗ ਤਿੰਨ ਲਿਵ ਲਾਗੀ, ਉਹਨਾਂ ਦੀ ਲਿਵ ਫਿਰ ਪਰਮਾਤਮਾ ਦੇ ਨਾਮ ਨਾਲ ਲੱਗ ਗਈ ਹੈ। ਪਹਿਲੀ ਗੱਲ ਜ਼ਰੂਰੀ ਹੈ ਬੈਰਾਗ ਉਪਜੇ, ਵਿਛੋੜੇ ਦਾ ਪਤਾ ਹੋਏ ਤਾਂ ਹੀ ਭਗਤੀ ਹੋ ਸਕਦੀ ਹੈ। ਜਿਹਨੂੰ ਅਜੇ ਇਹੀ ਨਹੀਂ ਅਹਿਸਾਸ ਵੀ ਮੈਂ ਰੱਬ ਤੋਂ ਟੁੱਟਿਆ, ਉਹ ਕੀ ਭਗਤੀ ਕਰੇਗਾ, ਕਿਸ ਦੀ ਕਰੇਗਾ। ਜਿਤਨੀ ਜਲਦੀ ਕੋਈ ਜਾਣ ਜਾਏਗਾ, ਜਿਤਨੀ ਜਲਦੀ ਮਨ ਸਮਝ ਜਾਏਗਾ ਮੈਂ ਟੁੱਟਿਆ ਹਾਂ, ਜੁੜਨਾ ਹੈ, ਉਨੀ ਜਲਦੀ ਉਹ ਰਸਤਾ ਤੈਅ ਕਰੇਗਾ। ਮੈਂ ਸੁਣ ਜ਼ਰੂਰ ਰਿਹਾ ਹਾਂ ਪਰ ਮੈਂ ਰਸਤੇ ਵੱਲ ਨੂੰ ਤੁਰ ਨਹੀਂ ਰਿਹਾ। ਕਾਰਨ ਕੀ ਹੈ? ਇਹੀ ਕਿ ਮੈਨੂੰ ਅਹਿਸਾਸ ਹੀ ਨਹੀਂ ਤੇ ਮਾਰਗ ਨਾ ਧਾਰੇ ਪੱਗ, ਮੈਂ ਉਸ ਰਸਤੇ ਤੇ ਪੈਰ ਨਹੀਂ ਪੁੱਟ ਰਿਹਾ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ। ਦੂਜੀ ਗੱਲ ਹੈ ਆਪ ਕਹਿੰਦੇ ਕਈ ਕੋਟ ਪ੍ਰਭ ਕੋ ਖੋਜੰਤੇ, ਅਨੰਤ ਨੇ ਜੋ ਪ੍ਰਮਾਤਮਾ ਦੀ ਭਾਲ ਵਿੱਚ ਚੱਲੇ ਹੋਏ ਨੇ। ਸਭ ਧਰਮ ਸਭ ਸੰਪਰਦਾਵਾਂ ਜਿਤਨੀਆਂ ਵੀ ਸੰਸਾਰ ਤੇ ਨੇ, ਸਭ ਪ੍ਰਮਾਤਮਾ ਦੀ ਖੋਜ 'ਚ ਹੀ ਨੇ। ਇੱਕ ਦੀ ਖੋਜ ਦੂਸਰੇ ਨੂੰ ਪਸੰਦ ਨਹੀਂ ਆਈ, ਇਸ ਲਈ ਦੂਜਾ ਧਰਮ ਸ਼ੁਰੂ ਹੋ ਗਿਆ। ਇਤਨੀ ਹੀ ਗੱਲ ਹੈ। ਜੈਨੀਆਂ ਨੇ ਜੋ ਮਾਰਗ ਅਪਣਾਇਆ ਸੀ ਪ੍ਰਭੂ ਦੀ ਪ੍ਰਾਪਤੀ ਦਾ, ਉਹ ਹਿੰਦੂਆਂ ਨੂੰ ਸਮਝ ਨਹੀਂ ਆਇਆ, ਇਸ ਲਈ ਉਹ ਵੱਖਰੇ ਹੋ ਗਏ। ਹਿੰਦੂਆਂ ਵਾਲਾ ਮਾਰਗ ਜੋ ਸੀ ਬੋਧੀਆਂ ਨੂੰ ਸਮਝ ਨਹੀਂ ਆਇਆ, ਇਸ ਲਈ ਬੋਧੀ ਅਲੱਗ ਹੋ ਗਏ। ਹਿੰਦੁਸਤਾਨੀ ਸਭਿਅਤਾ ਦੇ ਜੋ ਚਾਰ ਮੁੱਖ ਧਰਮ ਨੇ, ਉਹਨਾਂ ਚੋਂ ਸਭ ਤੋਂ ਪੁਰਾਣਾ ਜੈਨ ਹੈ। ਜੈਨ ਤੋਂ ਬਾਅਦ ਸਨਾਤਨ ਮਤ ਦਾ ਪ੍ਰਕਾਸ਼ ਹੋਇਆ। ਵੈਸੇ ਕਿਹਾ ਜਾਂਦਾ ਹੈ ਮਿਥਿਹਾਸ ਦੀਆਂ ਸਾਖੀਆਂ 'ਚ ਦੇਵੀ ਦੇਵਤੇ ਤਰਬਾਂ ਖਰਬਾਂ ਸਾਲ ਪੁਰਾਣੇ ਨੇ, ਪਰ ਜੈਨ ਮਾਰਗ ਦੀ ਪ੍ਰਚਲਤਾ ਪਹਿਲਾਂ ਜ਼ਿਆਦਾ ਸੀ। ਸਨਾਤਨ ਮਤ ਦੀ ਪ੍ਰਚਲਤਾ ਬਾਅਦ 'ਚ ਹੋਈ ਹੈ। ਉਸ 'ਚ ਵੀ ਸਨਾਤਨ ਮਤ ਜੋ ਅੱਜ ਕੰਮ ਕਰ ਰਿਹਾ ਹੈ, ਇਸ ਦੀ ਪ੍ਰਚਲਤਾ ਕਰਾਉਣ ਵਾਲੇ ਥੋੜ੍ਹੇ ਜਿਹੇ ਨੇ। ਉਹ ਜੋ 1850 ਤੋਂ 1900 ਦੇ ਵਿਚਕਾਰ ਹੋਏ ਨੇ, ਉਹ ਖਾਸ ਵਿਅਕਤੀ ਵਿਵੇਕਾਨੰਦ ਵਰਗੇ, ਹੋਰ ਸਵਾਮੀ ਆਚਾਰਯ ਕਈ ਹੋਏ ਨੇ ਜਿਨ੍ਹਾਂ ਨੇ ਪ੍ਰਚਲਤਾ ਜ਼ਿਆਦਾ ਕਰਾਈ, ਨਹੀਂ ਤੇ ਪਹਿਲਾਂ ਮਲਗੋਬਾ ਜਿਹਾ ਚੱਲਦਾ ਸੀ। ਬੋਧ ਮਤ ਨੇ ਜੋ ਜਾਣਿਆ ਹੈ, ਬੁੱਧ ਭਿਕਸ਼ੂਆਂ ਨੇ ਮਹਾਤਮਾ ਬੁੱਧ ਤੋਂ ਕਹਿੰਦੇ ਨਹੀਂ ਸਾਡਾ ਮਾਰਗ ਕੁਝ ਵੱਖਰਾ ਹੈ। ਖੋਜ ਤੇ ਉਹ ਵੀ ਕਰ ਰਹੇ ਰੱਬ ਦੀ, ਪੁਰਾਣਿਆਂ ਵਾਲੀ ਗੱਲ ਨਹੀਂ ਬਣੀ। ਗੁਰੂ ਨਾਨਕ ਆਏ, ਉਹਨਾਂ ਕਿਹਾ ਵੀ ਜੋ ਤੁਸੀਂ ਖੋਜ ਰਹੇ ਹੋ ਗਲਤ ਖੋਜ ਰਹੇ ਹੋ।
ਆਪ ਨੇ ਇੱਕ ਨਵਾਂ ਮਾਰਗ ਹੋਰ ਦਿੱਤਾ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੇ ਮਾਰਗ ਗਲਤ ਸਨ, ਪਰ ਜਦੋਂ ਵੀ ਕੋਈ ਸੱਚ ਨੂੰ ਪ੍ਰਾਪਤ ਹੁੰਦਾ ਹੈ ਉਹ ਆਪਣੀ ਗੱਲ ਜ਼ਰੂਰ ਰੱਖਦਾ। ਗੁਰੂ ਨਾਨਕ ਸੱਚ ਨੂੰ ਪ੍ਰਾਪਤ ਹੋਏ ਤੇ ਉਹਨਾਂ ਜੋ ਜਾਣਿਆ ਉਹ ਸਾਡੇ ਅੱਗੇ ਰੱਖ ਦਿੱਤਾ। ਇਵੇਂ ਹੀ ਉਧਰ ਯਹੂਦੀ ਨੇ ਸਭ ਤੋਂ ਪੁਰਾਣੇ, ਉਸ ਤੋਂ ਬਾਅਦ ਫਿਰ ਈਸਾਈ ਆ ਗਏ। ਜੋ ਯਹੂਦੀਆਂ ਨੂੰ ਠੀਕ ਲੱਗਾ ਉਹ ਈਸਾਈਆਂ ਨੂੰ ਸਹੀ ਨਹੀਂ ਲੱਗਾ, ਉਹਨਾਂ ਬਦਲਤਾ। ਜੋ ਕ੍ਰਿਸਚਨਾਂ 'ਚ ਸਹੀ ਨਹੀਂ ਲੱਗਾ ਉਹ ਇਸਲਾਮ ਨੇ ਬਦਲਤਾ। ਨਹੀਂ ਆਇਆ ਗੱਲਾਂ ਸਹੀ ਨਹੀਂ ਹਨ, ਬਦਲ ਦਿਓ। ਇਸ ਲਈ ਯਹੂਦੀ, ਈਸਾਈ ਤੇ ਇਸਲਾਮਕ ਧਰਮ ਨਾਲ ਮਤ ਰੱਖਦੇ ਲੋਕ ਦਫਨਾ ਦਿੰਦੇ ਨੇ। ਤਿੰਨਾਂ ਦੀਆਂ ਰਵਾਇਤਾਂ ਲਗਭਗ ਇੱਕ ਜਿਹੀਆਂ ਨੇ ਉੱਪਰੇ ਤਲ ਤੇ। ਇੱਧਰ ਦੇ ਜੋ ਚਾਰੇ ਮਤ ਦੇ ਲੋਕ ਨੇ ਜਲਾ ਦੇਣ 'ਚ ਵਿਸ਼ਵਾਸ ਕਰਦੇ ਨੇ। ਕੋਈ ਨਹੀਂ ਰੱਖਦਾ, ਜਲਾ ਦਿਓ, ਪਸ਼ੂਆਂ ਨੂੰ ਡੁਬਾ ਦਿਓ, ਪਾਣੀ 'ਚ ਰੋੜ ਦਿਓ, ਮਿੱਟੀ 'ਚ ਨਹੀਂ ਦਫਨਾਉਣਾ। ਆਪਣੇ ਆਪਣੇ ਰਿਵਾਜ ਲਗਭਗ ਇੱਕੋ ਜਿਹੇ। ਐਸੇ ਹੀ ਅਣਗਿਣਤ ਧਰਮ ਨੇ ਹੋਰ ਵੀ ਇੱਥੇ ਚੱਲੇ ਹੋਏ, ਹੋਰ ਅਫਰੀਕਾ ਦੇ ਦੇਸ਼ਾਂ 'ਤੇ ਚੱਲੇ ਹੋਏ, ਹੋਰ ਪੂਰਬੀ ਦੇਸ਼ਾਂ 'ਤੇ ਜੋ ਚੱਲੇ ਬੜੇ ਨੇ। ਸਾਰੇ ਰੱਬ ਨੂੰ ਖੋਜ ਰਹੇ ਸਨ। ਕਿਸ ਨੂੰ ਕਹੋਗੇ ਵੀ ਇਹ ਨਹੀਂ ਸੀ ਖੋਜ ਰਿਹਾ ਜੀ, ਏਦਾਂ ਹੀ ਗੱਲਾਂ ਕਰਦੇ। ਇੱਕ ਨਹੀਂ ਅਨੰਤ ਖੋਜ ਰਹੇ ਨੇ। ਕਈ ਕੋਟ ਪ੍ਰਭ ਕੋ ਖੋਜੰਤੇ। ਜਿਨ੍ਹਾਂ ਦੀ ਭਾਲ ਪੂਰੀ ਹੋ ਗਈ, ਕਹਿੰਦੇ ਨੇ ਫਿਰ ਉਹਨਾਂ ਕਿੱਥੋਂ ਭਾਲਿਆ? ਆਤਮ ਮੈਂ ਪਾਰ ਬ੍ਰਹਮ ਲਹਨ, ਤੇ ਆਪਣੇ ਆਪ ਵਿੱਚ ਰੱਬ ਨੂੰ ਪਛਾਣਿਆ। ਜਦੋਂ ਵੀ ਪ੍ਰਮਾਤਮਾ ਮਿਲੇਗਾ ਤੁਹਾਨੂੰ ਆਪਣੇ ਆਪ ਚੋਂ ਹੀ ਮਿਲੇਗਾ, ਕਿਤੋਂ ਬਾਹਰੋਂ ਨਹੀਂ ਮਿਲ ਸਕਦਾ, ਕਿਉਂਕਿ ਉਹ ਬਾਹਰ ਹੈ ਹੀ ਨਹੀਂ, ਉਹ ਬਾਹਰ ਨਹੀਂ ਹੈ। ਬਾਹਰ ਦੇ ਪ੍ਰਤੀ ਸਾਹਿਬ ਕਹਿੰਦੇ ਜਹ ਜਾਈਏ ਤਹ ਜਲ ਪਖਾਨ। ਬਾਹਰ ਕਿ ਜਿੱਥੇ ਵੀ ਮੈਂ ਜਾਵਾਂਗਾ ਇਹੀ ਹੋਏਗਾ, ਪਾਣੀ ਹੈ, ਪੱਥਰ ਹੈ ਜਾਂ ਮਿੱਟੀ ਹੈ। ਪੂਜਾ ਇਹਨਾਂ ਦੋ ਚੀਜ਼ਾਂ ਦੀ ਹੁੰਦੀ ਸੀ, ਪੱਥਰ ਦੀ ਜਾਂ ਪਾਣੀ ਦੀ। ਇਸ ਲਈ ਭਗਤ ਰਾਮਾਨੰਦ ਜੀ ਕਹਿੰਦੇ ਜਹ ਜਾਈਏ ਤਹ ਜਲ ਪਖਾਨ, ਤੂੰ ਪੂਰ ਰਹਿਓ ਹੈ ਸਰਬ ਸਮਾਨ। ਪਰ ਤੂੰ ਸਾਰਿਆਂ 'ਚ ਬਰਾਬਰ ਵਸਿਆ ਹੋਇਆ। ਫਿਰ ਮੈਂ ਇਕੱਲੇ ਪਾਣੀ ਦੀ ਤੇ ਇਕੱਲੇ ਪੱਥਰਾਂ ਦੀ ਪੂਜਾ ਕਰਕੇ ਕਿਵੇਂ ਪਾਲਾਂਗਾ? ਫਿਰ ਤੇ ਸਾਰਿਆਂ ਦੀ ਪੂਜਾ ਕਰਨੀ ਪਏਗੀ। ਜੇ ਇਸੇ ਤਰੀਕੇ ਨਾਲ ਹੀ ਮਿਲਦਾ ਹੋਏ ਤੇ ਫਿਰ ਸਭ ਦੀ ਪੂਜਾ ਕਰਨੀ ਪਏਗੀ। ਇਸ ਲਈ ਜਦੋਂ ਵੀ ਕਿਸੇ ਨੂੰ ਰੰਗ ਲੱਗਾ ਹੈ ਉਹ ਕਹਿੰਦਾ ਰੱਬ ਅੰਦਰ ਹੀ ਹੈ, ਬਾਹਰ ਨਹੀਂ ਹੈ। ਆਤਮ ਮੈਂ ਪਾਰ ਬ੍ਰਹਮ ਲਹਨ, ਤੇ ਬਾਹਰੋਂ ਕਿੱਥੋਂ ਭਾਲੋਗੇ? ਜਿਸਨੇ ਪਾਇਆ ਉਹਨੇ ਇਵੇਂ ਹੀ ਗਾਇਆ। ਜਿਵੇਂ ਸਾਹਿਬ ਕਹਿ ਰਹੇ ਨੇ, ਬਾਹਰ ਢੂੰਡਨ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਅਨ ਪਾਓ ਅਸਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤਹੂੰ ਜਾਇਆ ਥਾ। ਮੈਂ ਤੇ ਛੁੱਟ ਗਿਆ ਬਾਹਰ ਲੱਭਣ ਤੋਂ। ਐਸਾ ਅਸਚਰਜ ਪ੍ਰਮਾਤਮਾ ਦਾ ਰੂਪ ਅੰਦਰ ਦਿਸਿਆ ਹੈ ਕਿ ਸਭ ਛੁੱਟ ਗਏ। ਜੋ ਮੇਰੀਆਂ ਬਣਤਰਾਂ, ਮੇਰੀਆਂ ਵਿਉਂਤਾਂ ਬਣੀਆਂ ਸਨ, ਜੋ ਮੈਂ ਸੋਚਦਾ ਸੀ ਰੱਬ ਫਲਾਣੇ ਥਾਂ ਬੈਠਾ ਹੋਏਗਾ, ਸਭ ਛੁੱਟ ਗਿਆ। ਉਹ ਕਿਤੇ ਨਹੀਂ ਹੈ, ਉਹ ਅੰਤਰ ਹੈ। ਇਸ ਲਈ ਬਾਰ-ਬਾਰ ਕਹਿੰਦੇ ਨੇ ਸ਼ੇਖ ਫਰੀਦ ਜੀ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੈ, ਵਸੀ ਰੱਬ ਹਿਆਲੀ ਹੈ। ਰੱਬ ਤੇ ਅੰਦਰ ਹਿਰਦੇ 'ਚ ਵਸਦਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੂੰ ਹੀ ਸੰਗ ਸਮਾਈ। ਉਹ ਤੇ ਤੇਰੇ ਨਾਲ ਸਮਾਇਆ ਹੈ। ਕਿਵੇਂ ਸਮਾਇਆ ਹੈ? ਆਪ ਕਹਿੰਦੇ ਪੂਹਪ ਮਦ ਜਿਉ ਬਾਸ ਬਸਤ ਹੈ, ਮੂਕਰ ਮਾਹੇ ਜੈਸੇ ਛਾਈ। ਜਿਵੇਂ ਕਹਿੰਦੇ ਫੁੱਲ 'ਚ ਖੁਸ਼ਬੂ ਹੈ, ਸ਼ੀਸ਼ੇ 'ਚ ਤਸਵੀਰ ਹੈ, ਇਵੇਂ ਹੀ ਰੱਬ ਵੀ ਤੇਰੇ ਵਿੱਚ ਹੈ। ਖੁਸ਼ਬੂ ਭਾਲੋ ਦਿਸਦੀ ਹੈ ਪਰ ਹੈ। ਸ਼ੀਸ਼ਾ ਤੇ ਕਿੰਨਾ ਪਤਲਾ ਹੈ, ਵੱਧ ਤੋਂ ਵੱਧ 1 mm ਦਾ, 1.5 mm ਦਾ, 2 mm ਦਾ। ਪਰ ਜਿਵੇਂ ਪਿੱਛੇ ਪੇਂਟ ਕਰਤਾ ਤੇ ਉਸ ਵਿੱਚ ਸਾਹਮਣੇ ਅਕਸ਼ ਦਿਸਦਾ, ਬੜਾ ਗਹਿਰਾ ਵੀ ਦਿਸਦਾ। ਦੂਰ ਖਲੋ ਕੇ ਦਿਸੋ ਉਤਨਾ ਹੀ ਦੂਰ ਸ਼ੀਸ਼ੇ 'ਚ ਦਿਸੇਗਾ। ਇਮੇਜ ਵੀ ਸਾਇੰਸ ਕਹਿੰਦੀ ਉਨੀ ਡੈਪਥ ਦੀ ਹੀ ਬਣਦੀ ਹੈ ਸ਼ੀਸ਼ੇ 'ਚ ਜਿਤਨੀ ਦੂਰ ਤੁਸੀਂ ਹੋਵੋਗੇ। ਕਮਾਲ ਹੈ। ਉਹ ਤੇ ਬੜਾ ਪਤਲਾ ਜਿਹਾ, ਕਿੱਥੋਂ ਆ ਗਈ ਉਸ ਵਿੱਚ?
ਸਾਹਿਬ ਕਹਿੰਦੇ ਜਿਵੇਂ ਸ਼ੀਸ਼ੇ 'ਚ ਤੇਰਾ ਅਕਸ਼ ਆ ਗਿਆ ਨਾ ਅੱਗੇ ਖੜੇ ਹੋਏ ਤੇ, ਇਵੇਂ ਪ੍ਰਮਾਤਮਾ ਤੇਰੇ 'ਚ ਹੈ, ਫੜ ਨਹੀਂ ਪਾਏਗਾ ਉਹਨੂੰ ਪਰ ਹੈ। ਕਈ ਕੋਟ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਨੂੰ ਖੋਜ ਰਹੇ ਨੇ, ਪਾਰ ਬ੍ਰਹਮ ਲਹੰਤੇ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ। ਅਗਲੀ ਗੱਲ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼। ਕਿਤਨੇ ਹੀ ਅਨੰਤ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਜਾਗੀ ਹੋਈ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਦੇ ਦੀਦਾਰਾਂ ਦੀ ਪਿਆਸ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅੰਦੇ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਮਿੱਤਰੇ ਦੀਦਾਰਾਂ ਦੀ ਪਿਆਸ ਬੜੀ ਹੈ। ਉਸ ਪਿਆਸ 'ਚ ਕਿੰਨੇ ਭਾਵਪੂਰਕ ਪ੍ਰੇਮ ਨਾਲ ਭਿੱਜੇ ਹੋਏ ਵਾਕ ਨੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋਂ ਖੁਜੰਤੀਆਂ। ਮੈਂ ਤੇ ਉਹਦੇ ਦਰਸ਼ਨਾਂ ਦੀ ਪਿਆਸ 'ਚ ਉਹਨੂੰ ਲੱਭਦਾ ਫਿਰਦਾ, ਭਾਲਦਾ ਫਿਰਦਾ। ਹੇ ਗੁਰੂ ਸਾਹਿਬ, ਗੁਰੂ ਨੂੰ ਇੱਥੇ ਯਾਰ ਕਹਿ ਕੇ ਪੁਕਾਰਿਆ ਹੈ। ਪ੍ਰੇਮ 'ਚ ਕਿਹਾ ਜਾ ਸਕਦਾ, ਉਦਾਂ ਨਹੀਂ, ਉਦਾਂ ਤੇ ਵਾਕ ਗਲਤ ਹੋ ਜਾਏਗਾ। ਪਰ ਸਾਹਿਬ ਪ੍ਰੇਮ ਭਾਵ 'ਚ ਗੁਰੂ ਨੂੰ ਮਿੱਤਰ ਵੀ ਬਣਾ ਰਹੇ ਨੇ। ਕਹਿੰਦੇ ਤਿਸ ਦਸ ਪਿਆਰੇ, ਮੈਨੂੰ ਦੱਸ ਤਾਂ ਪਾਓ ਦੀ, 10 ਭਾਵ ਉਸ ਦਾ ਪਤਾ ਦੱਸਣਾ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਪੂਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲਪੀ ਨਾ ਤਰੀਜੈ। ਮੈਨੂੰ ਉਹਦਾ ਪਤਾ ਤੇ ਦੱਸ, ਹੁਣ ਮੈਥੋਂ ਉਹਦੇ ਬਗੈਰ ਰਹਿ ਨਹੀਂ ਹੁੰਦਾ। ਇੱਕ ਤਿਲਪੀ ਨਾ ਤਰੀਜੈ, ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤਰਿਕ ਜਿਵੇਂ ਤਸੰਤੀਆਂ। ਮੇਰਾ ਹੁਣ ਮਨ ਉਸ ਨਾਲ ਐਵੇਂ ਲੱਗਾ ਹੈ ਜਿਵੇਂ ਪਾਣੀ ਦਾ ਵਿੱਚ ਮਛਲੀ ਦਾ ਮਨ ਲੱਗਾ ਹੋਇਆ, ਸ਼ਾਂਤੀ ਬੂੰਦ ਦੇ ਨਾਲ ਜਿਵੇਂ ਚਾਤਰਿਕ ਦਾ ਮਨ ਲੱਗਾ ਹੋਇਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆਂ। ਜੇ ਗੁਰੂ ਸੱਚ ਦਾ ਘਰ ਦਿਖਾ ਦੇ ਤੇ ਸਾਰੀ ਤ੍ਰਿਖਾ ਬੁਝ ਜਾਏ। ਫੁਨਹੇ 'ਚ ਸਾਹਿਬ ਕਹਿੰਦੇ ਨੇ, ਉੱਪਰ ਬਨੇ ਆਕਾਸ਼ ਧਰੇ ਤਲ, ਸੋਹਤੀ ਦੈਦਸ ਚਮਕੈ ਬੀਜਲ ਮੁਖ ਕੋ ਜੋਹਤੀ, ਖੋਜਤ ਫਿਰੋਂ ਵਿਦੇਸ਼ ਪ੍ਰਿਓ ਕਤ ਪਾਈਐ, ਹਰ ਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ। ਉੱਪਰ ਬਨੇ ਆਕਾਸ਼ ਧਰੇ ਤਲ ਸੋਹਤੀ, ਚਿਤਰਨ ਕੀਤਾ ਉੱਪਰ ਆਕਾਸ਼ ਹੈ, ਥੱਲੇ ਧਰਤੀ ਹੈ। ਦਹਿਦਸ ਚਮਕਿਆ ਬੀਜਲ, ਸਾਰੇ ਪਾਸੇ ਬਿਜਲੀਆਂ ਲਿਸ਼ਕ ਰਹੀਆਂ ਨੇ। ਮੁੱਕੋ ਜੋਤੀ, ਮੈਂ ਭਾਲਦੀ ਫਿਰਦੀ ਹਾਂ, ਖੋਜਤ ਫਿਰੋਂ ਵਿਦੇਸ਼, ਵੀ ਬਾਹਰ ਪ੍ਰਿਓ ਕਤ ਪਾਈ ਹੈ, ਮੈਂ ਕਿੱਥੋਂ ਭਾਲਾਂ। ਸਾਹਿਬ ਕਹਿੰਦੇ ਹਰ ਹਾਂ ਜੇ ਮਸਤਕ ਹੋਵੇ ਭਾਗ, ਤਾਂ ਦਰਸ਼ ਸਮਾਈਏ, ਤਾਂ ਅੰਦਰ ਹੀ ਦੀਦਾਰਾਂ 'ਚ ਤੂੰ ਸਮਾ ਜਾਏ। ਜੇ ਤੇਰੇ ਭਾਗ ਜਾਗ ਜਨ ਸਮਝ ਲੱਗ ਜਾਏ। ਜਿਹਨੂੰ ਸਮਝ ਲੱਗ ਗਈ ਉਹ ਫਿਰ ਕਹਿੰਦਾ ਵੀ ਤੇਰੇ ਪਾਸ ਆਇਆ ਸਤਿਗੁਰੂ, ਮੈਨੂੰ ਸਭ ਦੀਦਾਰ ਹੋ ਗਏ। ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਨਾ ਅਪਾਰ, ਅਨੂਪ ਰਾਮਦਾਸਪੁਰ, ਹਰਹਾ ਨਾਨਕ ਸੰਮਲ ਜਾਹੇ ਨਾਏ ਰਾਮਦਾਸ ਸਰ। ਤੇਰੇ ਦਰ ਤੇ ਆਇਆ, ਮੇਰੇ ਸਾਰੇ ਦੁਖੜੇ ਦੂਰ ਹੋ ਗਏ, ਜਿਵੇਂ ਦਰਸ਼ ਪਾਇਆ। ਕਈ ਕੋਟ ਸਾਹਿਬ ਕਹਿੰਦੇ ਨੇ, ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼। ਜੇ ਸੱਚੀ ਪਿਆਸ ਹੋਏਗੀ ਤੇ ਅਵਿਨਾਸ਼ੀ ਪ੍ਰਮਾਤਮਾ ਨੇੜੇ ਹੋ ਕੇ ਮਿਲ ਪਏਗਾ। ਜੇ ਪਿਆਸ ਸੱਚੀ ਹੋਏਗੀ। ਦਰਮਾਨ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜਾ ਖੋਲ ਕਿਵਾਰ। ਕਿਵਾਰ ਖੋਲ ਕੇ ਦੀਦਾਰ ਦੇਗਾ ਜੇ ਪੁਕਾਰ ਸੱਚੀ ਹੋਏਗੀ। ਪੁਕਾਰ ਸੱਚੀ ਹੋਏਗੀ ਤੇ ਉਹਦਾ ਦਰਵਾਜ਼ਾ ਜ਼ਰੂਰ ਖੁੱਲੇਗਾ। ਸਾਹਿਬ ਕਹਿੰਦੇ ਨੇ, ਅਨੰਤ ਨੇ ਜੋ ਦਰਸ਼ਨਾਂ ਦੀ ਪਿਆਸ ਲੈ ਕੇ ਫਿਰ ਰਹੇ ਨੇ, ਜਿਨ੍ਹਾਂ ਦੀ ਪੁਕਾਰ ਸੱਚੀ ਹੈ, ਪ੍ਰਮਾਤਮਾ ਨੂੰ ਭਾ ਗਈ, ਉਹਨਾਂ ਨੂੰ ਅਵਿਨਾਸ਼ੀ ਪ੍ਰਮਾਤਮਾ ਮਿਲ ਪਿਆ ਹੈ। ਤਿਨ ਕੋ ਮਿਲਿਓ ਪ੍ਰਭ ਅਵਿਨਾਸ਼।
ਕਈ ਕੋਟ ਮੰਗੈ ਸਤ ਸੰਗ, ਅਨੰਤ ਨੇ ਜੋ ਸਤ ਸੰਗਤ ਦੀ ਦਾਤ ਮੰਗਦੇ ਨੇ। ਤੇ ਵਡਭਾਗੀ ਨੇ ਜਿਨ੍ਹਾਂ ਦੇ ਅੰਦਰ ਐਸਾ ਚਾਉ ਉਤਪੰਨ ਹੋਇਆ ਹੈ ਕਿ ਸਤ ਸੰਗਤ ਮੰਗ ਰਹੇ ਨੇ। ਗੁਰੂ ਦਾ ਸਾਥ ਅਸਲ 'ਚ ਮੰਗਣਾ, ਸਤ ਸੰਗਤ ਮੰਗਣੀ, ਗੁਰੂ ਦਾ ਸਾਥ ਮੰਗਣਾ। ਉਹ ਵਡਭਾਗੀ ਰੂਹਾਂ ਨੇ ਜਿਨ੍ਹਾਂ ਬਾਬਤ ਸਾਹਿਬ ਦੀ ਬਾਣੀ ਕਹਿੰਦੀ, ਗੁਰ ਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ। ਨਿਹਾਲ ਹੋ ਜਾਂਦੇ ਨੇ ਜਿਹੜੇ ਪੂਰੇ ਗੁਰੂ ਨੂੰ ਸਿਮਰਦੇ ਨੇ। ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਨਾਮ ਅਰਾਧਿਆਂ ਇਸ ਜੀਵਨ ਦਾ ਜੋ ਕਾਰਜ ਹੈ ਰਾਸ ਆ ਜਾਂਦਾ। ਜੀਵਨ ਦਾ ਕਾਰਜ ਕਿਹੜਾ? ਭਗਤੀ ਦਾ। ਜਿਵੇਂ ਸੱਚਾ ਆਰਾਧਨ ਕਰੋਗੇ ਤਿਵੇਂ ਕਾਰਜ ਰਾਸ ਆ ਜਾਏਗਾ। ਇਸ ਲਈ ਸਾਹਿਬ ਕਹਿੰਦੇ ਨੇ ਬਾਰ-ਬਾਰ ਵਿਸਿਮਰਦਾ ਰਹਿ। ਗੁਰੂ ਸੱਚਾ ਹੈ ਤੇਰਾ, ਉਸ ਨਾਲ ਜੁੜ ਕੇ ਸਿਮਰਦਾ ਰਹਿ। ਸਾਹਿਬ ਕਹਿੰਦੇ ਕਈ ਕੋਟ ਮੰਗੈ ਸਤ ਸੰਗ, ਅਨੰਤ ਨੇ ਜੋ ਸਤ ਸੰਗਤ ਦੀ ਦਾਤ ਮੰਗ ਰਹੇ ਨੇ। ਅਸੀਂ ਵੀ ਮੰਗੀਏ ਸਾਹਿਬ ਜੀਓ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤੇਰੀ ਸਤ ਸੰਗਤ ਤੇ ਜੋ ਜੁੜ ਜਾਂਦਾ ਹੈ ਸਫਲ ਹੋ ਜਾਂਦਾ। ਮੈਨੂੰ ਵੀ ਬਖਸ਼ੋ। ਇਸ ਲਈ ਸਾਹਿਬ ਨੇ ਬਾਣੀ 'ਚ ਬੋਲ ਸੰਭਾਲ ਕੇ ਰੱਖੇ ਨੇ, ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਦੇ ਨਾਲ ਹੀ ਸਤ ਸੰਗਤ ਮਿਲਦੀ ਹੈ। ਭਾਗਾਂ ਤੋਂ ਸਖਣਾ ਭਟਕ ਰਿਹਾ ਹੈ, ਚੋਟਾਂ ਖਾ ਰਿਹਾ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਬਿਨਾਂ ਭਾਗਾਂ ਤੋਂ ਕੋਈ ਸਤ ਸੰਗਤ ਨਹੀਂ ਹੈ। ਬਿਨਾਂ ਸੰਗਤ ਤੋਂ ਅੰਦਰ ਮਨ ਮੈਲਾ ਹੈ। ਤਾਂ ਤੇ ਮੇਰੇ ਸਾਹਿਬ ਕਹਿੰਦੇ ਨੇ ਵਡਿਆਈ ਦੀ ਦਾਤ ਹੈ ਜੋ ਸਤ ਸੰਗਤ ਮੰਗ ਰਹੇ ਨੇ। ਪਾਰ ਬ੍ਰਹਮ ਤਨ ਲਾਗਾ ਰੰਗ, ਮਾਲਕ ਦੀ ਬੰਦਗੀ ਦਾ ਰੰਗ ਵੀ ਉਹਨਾਂ ਨੂੰ ਹੀ ਲੱਗੇਗਾ। ਮੰਗ ਮੇਰੀ ਕੁਛ ਹੋਰ ਹੋਏ ਤੇ ਪ੍ਰਾਪਤੀ ਕੁਛ ਹੋਰ ਨਹੀਂ ਹੋ ਸਕਦੀ। ਜੋ ਮੰਗ ਹੋਏਗੀ ਤੈਸਾ ਹੀ ਜੀਵਨ ਬਣੇਗਾ। ਜੇ ਸਤ ਸੰਗਤ ਮੰਗਾਂਗੇ ਤੇ ਸੱਚ 'ਚ ਰੰਗੇ ਜਾਵਾਂਗੇ। ਜੇ ਮੰਗੀ ਮੈਂ ਕੁਛ ਹੋਰ ਰਿਹਾ ਹਾਂ ਕੂੜ ਪਦਾਰਥ, ਤੇ ਕੂੜ 'ਚ ਡਿੱਗਾਂਗਾ। ਜੈਸੀ ਮੰਗ ਹੋਏਗੀ ਤੈਸੀ ਬਖਸ਼ਿਸ਼। ਮੇਰਾ ਹੀ ਮੰਗਣਾ ਹੈ, ਮੇਰੇ ਤੇ ਹੀ ਕਿਰਪਾ ਹੋਏਗੀ। ਜਪਜੀ ਸਾਹਿਬ 'ਚ ਅਸੀਂ ਸਮਝ ਆਏ, ਮੰਗ ਰਹੇ ਨੇ ਪ੍ਰਮਾਤਮਾ ਤੋਂ ਅਨੰਤ ਲੋਕ। ਬਹੁਤਾ ਕਰਮ ਲਿਖਿਆ ਨਾ ਜਾਏ। ਉਹਦੀ ਬਖਸ਼ਿਸ਼ ਬੜੀ ਵੱਡੀ ਹੈ, ਤੁਸੀਂ ਬਿਆਨ ਨਹੀਂ ਕਰ ਸਕਦੇ। ਵੱਡਾ ਦਾਤਾ ਤਿਲ ਨਾ ਤਮਾਏ। ਇਤਨਾ ਉਹ ਵੱਡਾ ਹੈ ਕਿ ਵਾਪਸੀ 'ਚ ਕੁਛ ਨਹੀਂ ਭਾਲਦਾ। ਕੀਤੇ ਮੰਗਿਆ ਜੋ ਦਪਾਰ, ਕੀਤਿਆਂ ਗਣਤ ਨਹੀਂ ਵਿਚਾਰ। ਕੀਤੇ ਖਪ ਟੁੱਟੈ ਵੇਕਾਰ, ਕੀਤੇ ਲੈ ਲੈ ਮੁੱਕਰ ਪਾਏ। ਕੀਤੇ ਮੂਰਖ ਖਾਹੀ ਖਾਏ। ਬੜੇ ਅਨੰਤ ਲੈ ਰਹੇ ਨੇ। ਵੱਡੇ ਵੱਡੇ ਰਾਜੇ ਮਹਾਬਲੀ ਯੋਧੇ ਵੀ ਮੰਗ ਰਹੇ ਨੇ। ਕਈ ਦਾਤਾਂ 'ਚ ਖਪ ਜਾਂਦੇ ਨੇ, ਕਈ ਮੂਰਖ ਭੋਗੀ ਜਾ ਰਹੇ ਨੇ। ਕੀਤਿਆਂ ਦੁੱਖ ਭੂਖ ਸੱਦ ਮਾਰ, ਏਪੇ ਦਾਤ ਤੇਰੀ ਦਾਤਾਰ। ਜੈਸਾ ਕੋਈ ਮੰਗ ਰਿਹਾ, ਕੋਈ ਦੁੱਖ ਮੰਗ ਰਿਹਾ ਦੁੱਖ ਮਿਲ ਰਿਹਾ, ਸੁੱਖ ਮੰਗ ਰਿਹਾ ਸੁੱਖ ਮਿਲ ਰਿਹਾ। ਰੱਬ ਦੇ ਹੀ ਜਾ ਰਿਹਾ। ਉਹਦੀ ਦਾਤ ਬੜੀ ਵੱਡੀ ਹੈ, ਉਸ 'ਚ ਕਦੇ ਟੋਟਾ ਨਹੀਂ ਆਏਗਾ। ਨਾ ਉਹ ਵਾਪਸੀ 'ਚ ਕੁਛ ਭਾਲ ਰਿਹਾ ਹੈ। ਇਸ ਲਈ ਮਤਾ ਤੁਸੀਂ ਸੋਚੋ ਵੀ ਜੇ ਮੈਂ ਕੁਝ ਮੰਗ ਲਿਆ ਤੇ ਬਦਲੇ 'ਚ ਕੁਛ ਦੇਣਾ ਪਏਗਾ। ਉਹ ਭਾਲਦਾ ਹੀ ਨਹੀਂ, ਉਹਨੇ ਦੇ ਦੇਣਾ ਜੋ ਤੁਸੀਂ ਮੰਗਿਆ। ਚੰਗਾ ਮੰਗੋਗੇ ਚੰਗਾ, ਮਾੜਾ ਮੰਗੋਗੇ ਤੇ ਮਾੜਾ। ਇਸ ਲਈ ਸਾਹਿਬ ਕਹਿੰਦੇ ਜਿਨ੍ਹਾਂ ਸਤ ਸੰਗਤ ਮੰਗੀ, ਪਾਰ ਬ੍ਰਹਮ ਤਿਨ ਲਾਗਾ ਰੰਗ। ਉਹਨਾਂ ਨੂੰ ਨਾਮ ਦਾ ਰੰਗ ਲੱਗ ਗਿਆ। ਜਿਨ ਕੋ ਹੋਏ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਜਿਨ੍ਹਾਂ ਤੇ ਪ੍ਰਮਾਤਮਾ ਆਪ ਤਰੁੱਠ ਪੈਂਦਾ ਹੈ, ਉਹ ਜੀਵ ਧਨਤਾ ਯੋਗ ਹੋ ਜਾਂਦੇ ਹਨ। ਇਸ ਪਦੇ 'ਚ ਅਸੀਂ ਵਿਚਾਰਿਆ, ਜਿਵੇਂ ਪਿੱਛੇ ਸਾਹਿਬ ਨੇ ਦੱਸਿਆ ਹੈ ਵੀ ਕਈ ਕੋਟ ਅਭਿਮਾਨੀ ਵੀ ਨੇ, ਅੰਧ ਗਿਆਨੀ ਵੀ ਨੇ। ਕਈ ਭਗਤੀ ਕਰ ਰਹੇ ਨੇ, ਕਈ ਸਿੱਧ ਜਤੀ ਜੋਗੀ ਵੀ ਨੇ, ਕਈ ਰਾਜੇ ਰਸ ਭੋਗੀ ਵੀ ਨੇ। ਉੱਥੇ ਹੀ ਬੜੇ ਬੈਰਾਗੀ ਵੀ ਨੇ ਜਿਨ੍ਹਾਂ ਦੀ ਰੱਬ 'ਚ ਲਿਵ ਲੱਗੀ ਹੈ। ਕਈ ਜਿਨ੍ਹਾਂ ਨੇ ਅੰਦਰ ਰੱਬ ਨੂੰ ਭਾਲ ਲਿਆ, ਐਸੇ ਵੀ ਨੇ। ਜਿਨ੍ਹਾਂ ਦੀ ਸੱਚੇ ਦਰਸ਼ਨਾਂ ਦੀ ਪਿਆਸ ਜਾਗੀ ਹੈ, ਐਸੇ ਵੀ ਨੇ। ਜੋ ਸਤ ਸੰਗਤ ਮੰਗ ਰਹੇ ਨੇ, ਜਿਨ੍ਹਾਂ ਨੂੰ ਅੰਦਰ ਦਾ ਰੰਗ ਲੱਗਾ ਹੈ, ਐਸੇ ਵੀ ਨੇ। ਹੇ ਮੇਰੇ ਮਾਲਕ ਜੀ,
जैसी जैसी बख्श है तैसी तैसी वड्याई, मिल रही है जैसी जैसी मंग है तैसी बख्शिश है। तू अनंत दाता देण वाला है, जिन्हां ते तू त्रुट पैना है ਉਹ ਧੰਤਾ ਯੋਗ ਹੋ ਜਾਂਦੇ ਨੇ। ਇਸ ਪਦੇ 'ਚ ਸਾਹਿਬੇ ਮਤ ਬਖਸ਼ ਰਹੇ ਸਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਜੀ। ਪਿਆਰ ਦਵ ਅਤੇ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।